ज्ञानी अंजन गुर दिया, जय ज्ञान अंधेर विनाश। हर कृपा ते संत पेटिया, नानक मन परगास। याहि कुल ते प्रगट होय, ताहि कुल को पुन द्वादश गुरिंड को मेरी है प्रणाम। ਸੁਣ ਉਹਨਾਂ ਦੇ 21,324 ਸਵਾਸ ਆਉਂਦੇ ਨੇ ਸਾਧ ਸੰਗਤ 'ਚ। ਜਦੋਂ 10ਵੇਂ ਦਵਾਰ ਸਵਾਸ ਚੜ ਜਾਂਦਾ ਹੈ, ਇਸ ਇਨਸਾਨ ਦੀ ਨਬਜ਼ ਚੱਲਦੀ ਰਹਿੰਦੀ ਹੈ ਤੇ ਭਾਵੇਂ ਹਜ਼ਾਰਾਂ ਸਾਲ ਦੇ ਪਈ ਰਵੇ, ਖਰਾਬ ਨਹੀਂ ਹੁੰਦੀ ਸਾਧ ਸੰਗਤ 'ਚ, ਉਮਰ ਵੱਧ ਜਾਂਦੀ ਹੈ। ਜਦੋਂ ਸ਼ਾਸਤਰ ਨੂੰ ਪੜ੍ਹੋਗੇ, ਕਹਿੰਦੇ ਨੇ ਬੈਸਤ 12 ਚਲਤ 18 ਸੋਵਤ ਜਾਵੇ 20 ਮੈਥਨ ਕਰਤੇ 64 ਜਾਵੇ, ਕਿਉਂ ਨਾ ਭਜੈ ਜਗਦੀਸ਼। ਇਹ ਸ਼ਾਸਤਰ ਕਹਿੰਦਾ ਸਾਧ ਸੰਗਤ 'ਚ। ਬੈਸਤ 12 ਐਨ ਸਬਰ ਸ਼ੁਕਰ ਦੇ ਨਾਲ ਬੈਠਣ ਦੇ ਨਾਲ 12 ਸਵਾਸ ਨਿਕਲਦੇ ਨੇ ਸਾਧ ਸੰਗਤ 'ਚ। ਇਹਦੀ ਸਪੀਡ 12 ਦੀ ਬਣ ਜਾਂਦੀ ਹੈ। ਜਦੋਂ ਚੱਲਦਾ ਫਿਰ ਇਹਦੀ ਸਪੀਡ 18 ਦੀ ਬਣ ਜਾਂਦੀ ਹੈ। ਜਦੋਂ ਇਨਸਾਨ ਸੌ ਜਾਂਦਾ ਉਦੋਂ ਦੀ 20 ਸਵਾਸ ਤੇ ਚਲੀ ਜਾਂਦੀ ਹੈ ਸਾਧ ਸੰਗਤ 'ਚ। ਜਦੋਂ ਇਹ ਮੈਥਨ ਕਰਦਾ ਫਿਰ ਦੀ 64 ਸਵਾਸਾਂ ਤੇ ਚਲੇ ਜਾਂਦੀ ਹੈ। ਗੁਰੂ ਦੇ ਪਿਆਰੇ, ਆਪੇ ਉਮਰ ਘਟਦੀ ਗਈ, ਜਿੰਨਾ ਕੰਮ ਕਰਦੇ ਜਾਓ ਗੁਰੂ ਦੇ ਪਿਆਰੇ, ਜਿੰਨਾ ਕਰਦੇ ਜਾਓ ਆਪੇ ਘਟਦੀ ਜਾਏਗੀ। ਕਿਉਂਕਿ ਇਹ ਜਿਹੜੀ ਆਪਾਂ ਨੂੰ ਦੇਹ ਮਿਲੀ ਹੈ, ਇਹ ਸਾਲਾਂ ਦੇ ਨਾਲ ਨਹੀਂ ਮਿਲੀ ਸਾਧ ਸੰਗਤ 'ਚ, ਜਾਂ ਇਹ ਮਹੀਨਿਆਂ ਦੇ ਹਿਸਾਬ ਨਾਲ ਨਹੀਂ ਮਿਲੀ। ਇਹ ਦੇਹ ਆਪਾਂ ਨੂੰ ਮਿਲੀ ਹੈ ਸਵਾਸਾਂ ਦੇ ਹਿਸਾਬ ਨਾਲ। ਗੁਰੂ ਦੇ ਪਿਆਰਿਓ, ਉਸ ਭਗਵਾਨ ਦੀ ਦਰਗਾਹ ਵਿੱਚ ਸਵਾਸਾਂ ਦੀ ਗਿਣਤੀ ਹੁੰਦੀ ਹੈ ਵੀ, ਸਾਲਾਂ ਦੀ ਗਿਣਤੀ ਨਹੀਂ ਹੁੰਦੀ ਪਈ ਸਾਧ ਸੰਗਤ 'ਚ, ਜਾਂ ਮਹੀਨਿਆਂ ਦੀ ਗਿਣਤੀ ਨਹੀਂ ਹੁੰਦੀ ਪਈ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪਏ, ਕਹਿੰਦੇ ਨੇ ਸਿੱਧੋ ਜੇ ਜੁਗ ਚਾਰੇ ਆਰਜਾ। ਸਿੱਧੋ ਤੁਸੀਂ ਮੇਰੀ 100 ਸਾਲ ਉਮਰ ਵਧਾ ਦਿਓਗੇ ਜਾਂ 1000 ਸਾਲ ਵਧਾ ਦਿਓਗੇ, ਇਸ ਇਨਸਾਨ ਦੀ 4 ਯੁੱਗਾਂ ਦੇ ਸਮਾਨ ਆਯੂ ਬਣ ਜਾਵੇ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਨਮ ਸਾਖੀ 'ਚ ਪੜ੍ਹੋਗੇ, ਭਗਵਾਨ ਕ੍ਰਿਸ਼ਨ ਜੀ ਨੂੰ ਭਾਗਵਤ ਗੀਤਾ ਵਿੱਚ ਪੜ੍ਹੋਗੇ, ਕਹਿੰਦੇ ਨੇ ਸਤਿਯੁਗ ਦੀ ਉਮਰ 17 ਲੱਖ ਤੇ 28,000 ਵਰਾ ਸੀ, ਤ੍ਰੇਤੇ ਦੀ ਉਮਰ 12 ਲੱਖ ਤੇ 96,000 ਵਰਾ ਸੀ, ਦੁਆਪਰ ਦੀ ਉਮਰ 8 ਲੱਖ ਤੇ 64,000 ਵਰਾ ਸੀ, ਤੇ ਕਲਯੁਗ ਦੀ ਉਮਰ 4 ਲੱਖ ਤੇ 32,000 ਵਰਾ ਸਾਧ ਸੰਗਤ 'ਚ। 4,000 ਸਾਲ ਤੇ ਆਹ 8ਵਾਂ ਹੁਣ ਜਾਂਦਾ ਪਿਆ ਗੁਰੂ ਦੇ ਪਿਆਰੇ। ਬਾਕੀ ਅਜੇ ਆਯੂ ਰਹਿੰਦੀ ਹੈ ਕਲਯੁਗ ਦੀ। ਇਹ 43 ਲੱਖ ਤੇ 20,000 ਸਾਲ ਬਣ ਜਾਂਦੀ ਹੈ। ਇਹਨੂੰ 10 ਤੇ ਹੋਰ ਜ਼ਰਬ ਦੇ ਦਿਓ ਸਾਧ ਸੰਗਤ 'ਚ, ਹੋਰ ਦਸੂਣੀ ਹੋਏ, ਇਹ ਤੋਂ 10 ਗੁਣਾ ਉਮਰ ਹੋਰ ਵੱਧ ਜੇ ਸਾਧ ਸੰਗਤ 'ਚ। ਕਹਿੰਦੇ ਨੇ ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ। ਸਾਰੇ ਵਰਲਡ ਨੂੰ, ਸੰਸਾਰ ਨੂੰ ਵਿਦਵਾਨਾਂ ਪੁਰਸ਼ਾਂ ਨੇ 9 ਹਿੱਸਿਆਂ 'ਚ ਵੰਡ ਦਿੱਤਾ ਸਾਧ ਸੰਗਤ 'ਚ। 9 ਹਿੱਸਿਆਂ ਦੇ ਵਿੱਚ, ਜਿਸ ਤਰ੍ਹਾਂ ਕਿ ਭਾਰਤ ਖੰਡ ਹੈ, ਆਹ ਤੁਹਾਡਾ ਵੱਖਰਾ ਮੁਲਕ ਹੈ, ਇਸ ਤਰ੍ਹਾਂ 9 ਹਿੱਸੇ ਨੇ ਸਾਰੇ ਸੰਸਾਰ ਦੇ। ਉਹਨਾਂ 9 ਖੰਡਾਂ ਦੇ ਵਿੱਚ ਅਥਵਾ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਦਾ ਗਿਆਨ 9 ਖੰਡਾਂ ਵਿੱਚ ਜਾਣੀ ਹੈ। ਫਲਾਣਾ ਸਰਦਾਰ, ਫਲਾਣੇ ਦਾ ਪੁੱਤਰ, ਫਲਾਣੇ ਪਿੰਡ 'ਚ ਰਹਿੰਦਾ, ਸਾਰੇ ਸੰਸਾਰ ਤੇ ਗੁਰੂ ਦੇ ਪਰ ਮਹਿਮਾ ਸਤਿਕਾਰ ਹੋਵੇ ਸਾਧ ਸੰਗਤ 'ਚ। ਨਾਲ ਚੱਲਿਆ ਸਭ ਕੋਏ, ਜਿਹੜੇ ਪਾਸਨ ਚੱਲੇ ਦੇ ਨੌਕਰ ਸੇਵਕ ਇਹਦੇ ਪੈਰਾਂ ਥੱਲੇ ਹੱਥ ਧਰਨ, ਇੰਨੀ ਸੰਸਾਰ ਤੇ ਦੀ ਗੁਰੂ ਦੇ ਪਿਆਰੇ ਜੈ ਜੈਕਾਰ ਹੋਵੇ ਸਾਧ ਸੰਗਤ। ਚੰਗਾ ਨਾਮ ਰਖਾਏ ਕੈ, ਅੱਗੇ ਕਹਿੰਦੇ ਦਾ ਨਾਂ ਬੜਾ ਸੁੰਦਰ ਹੋਵੇ। ਅੱਜ ਜਿਵੇਂ ਤੁਸੀਂ ਵੇਖਦੇ ਹੋ ਨਾ, ਜੇ ਕੋਈ ਗੁਰੂ ਪੀਰ ਸਾਧੂ ਮਹਾਤਮਾ ਨਾਂ ਰੱਖ ਦਿੰਦੇ ਸਾਨੂੰ ਪਸੰਦ ਨਹੀਂ ਆਉਂਦਾ, ਤੇ ਫਿਰ ਆਪਣੀ ਮਰਜ਼ੀ ਨਾਲ ਆਪਾਂ ਰੱਖਦੇ ਹਾਂ ਫਿਰ ਸਾਧ ਸੰਗਤ 'ਚ ਵੀ ਆਹ ਨਾਂ ਬੜਾ ਸੁੰਦਰ ਹੈ, ਚਲੋ ਬੜਾ ਵਧੀਆ ਹੈ। ਪਾਤਸ਼ਾਹ ਕਹਿੰਦੇ ਨੇ ਚੰਗਾ ਨਾਮ ਰਖਾਏ ਕੈ, ਨਾਂ ਬੜਾ ਸੁੰਦਰ ਰਖਾਇਆ ਜਾਵੇ। ਕਹਿੰਦੇ ਨੇ ਜਸ ਕੀਰਤ ਜਗ ਲੈ, ਇਸ ਸੰਸਾਰ ਦੇ ਵਿੱਚ ਜਸ, ਮੂੰਹ ਤੇ ਸਿਫਤ ਕਰਨੀ ਕਿਸੇ ਦੀ ਸਾਧ ਸੰਗਤ 'ਚ, ਬੜਾ ਫਲਾਣਾ ਚੰਗਾ ਹੈ, ਇਹਨੂੰ ਜਸ ਕਹਿੰਦੇ ਨੇ। ਕੀਰਤੀ, ਉਹਦੀ ਪਿੱਠ ਪਿੱਛੇ ਸਿਫਤ ਕਰਨੀ ਸਾਧ ਸੰਗਤ 'ਚ। ਸੰਸਾਰ ਤੇ ਜਸ ਵੀ ਬੜਾ ਹੋਵੇ ਤੇ ਸੰਸਾਰ ਤੇ ਕੀਰਤੀ ਵੀ ਬੜੀ ਹੋਵੇ। ਕਹਿੰਦੇ ਨੇ ਸਿੱਧੋ ਇਸ ਇਨਸਾਨ ਦੀ 4 ਯੁੱਗਾਂ ਦੇ ਸਮਾਨ ਆਯੂ ਬਣ ਜਾਵੇ, ਇਸ ਤੋਂ 10 ਗੁਣਾ ਆਯੂ ਹੋਰ ਵੱਧ ਜਾਵੇ। ਸਾਰੇ ਸੰਸਾਰ 'ਚ ਮਾਣ ਸਤਿਕਾਰ ਪੂਜਾ ਪ੍ਰਤਿਸ਼ਠਾ ਹੋਵੇ।
ਇਹਦੇ ਨੌਕਰ ਚਾਕਰ ਸੇਵਾਦਾਰ ਇਹਦੇ ਪੈਰਾਂ ਥੱਲੇ ਹੱਥ ਧਰਨ। ਨਾਮ ਬੜਾ ਖੂਬਸੂਰਤ ਹੋਵੇ, ਸੰਸਾਰ ਤੇ ਜਸ ਬੜਾ ਹੋਵੇ, ਸੰਸਾਰ ਤੇ ਕੀਰਤੀ ਬੜੀ ਹੋਵੇ। ਕਹਿੰਦੇ ਨੇ ਜੇ ਤਿਸ ਨਦਰ ਨਾ ਆਵੀ। ਤਿਸ ਕੌਣ ਹੈ? ਭਗਵਾਨ ਦਾ ਵਾਚਕ ਹੈ ਸਾਧ ਸੰਗਤ ਜੀ। ਜੇ ਉਸ ਅਕਾਲ ਪੁਰਖ ਸਤਿਗੁਰ ਦੀ ਯਾਦ ਵਿੱਚ ਨਹੀਂ ਤੇ ਕਿਸੇ ਨੇ ਇਹ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਸਾਧ ਸੰਗਤ ਜੀ। ਤੈਨੂੰ ਕਿਸੇ ਨੇ ਜਾਣਨਾ ਨਹੀਂ ਗੁਰੂ ਦੇ ਪਿਆਰਿਓ। ਇਸ ਵਾਸਤੇ ਆਪ ਜੀ ਨੇ ਰਾਗੀ ਸਿੰਘਾਂ ਦੇ ਪਾਸੋਂ ਕੀਰਤਨ ਸਰਵਣ ਕੀਤਾ। ਇਹ ਹੀ ਉਸ ਅਕਾਲ ਪੁਰਖ ਦੇ ਨਾਲ ਸਾਧ ਸੰਗਤ ਦੇ ਨਾਲ ਜੁੜਨ ਦਾ ਸਾਧਨ ਹੈ। ਜੋੜੋ ਮਨਾਂ ਨੂੰ। ਲੜੀਵਾਰ ਗੁਰ ਇਤਿਹਾਸ ਆਪ ਸਰਵਣ ਕਰਦੇ ਆ ਰਹੇ ਹੋ। ਸਾਹਿਬ ਦਸਮੇਸ਼ ਪਾਤਸ਼ਾਹ ਜੀ ਨੇ ਦੀਨੇ ਪਿੰਡ ਤੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਜਫਰਨਾਮਾ ਜਿਹੜਾ ਕਿ ਆਪ ਜੀ ਸਰਵਣ ਕਰ ਚੁੱਕੇ ਹੋ, ਕੀ ਲਿਖਿਆ ਸੁਣ ਚੁੱਕੇ ਹੋ ਸਾਧ ਸੰਗਤ ਜੀ। ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੀਨੇ ਪਿੰਡ ਤੋਂ ਪਹੁੰਚੇ ਨੇ, ਦਿੱਲੀ ਆਪਣੇ ਨੇ ਸਾਧ ਸੰਗਤ ਜੀ। ਔਰੰਗਜ਼ੇਬ ਦਾ ਮੇਲ ਨਹੀਂ ਹੋਇਆ। ਦਿੱਲੀ ਤੋਂ ਚੱਲਦੇ ਚੱਲਦੇ ਔਰੰਗਾਬਾਦ ਪਹੁੰਚੇ ਨੇ, ਔਰੰਗਜ਼ੇਬ ਦਾ ਮੇਲ ਨਹੀਂ ਹੋਇਆ। ਔਰੰਗਾਬਾਦ ਤੋਂ ਚੱਲ ਕੇ ਅਹਿਮਦਨਗਰ ਪਹੁੰਚੇ ਨੇ ਸਾਧ ਸੰਗਤ ਜੀ। ਇਹ ਤੇ ਗੁਰੂ ਦੀ ਕਿਰਪਾ ਹੈ ਨਾ ਸਾਧ ਸੰਗਤ ਜੀ। ਆ ਭਾਈ ਰਾਏ ਸਿੰਘ ਕਿੱਥੋਂ ਚੱਲ ਕੇ ਗਿਆ ਸੀ ਜੰਗਲਾਂ ਦੇ ਮਾਰਗ ਨੂੰ। ਇਹ ਦਿਆਲਤਾ ਸਤਿਗੁਰੂ ਦੀ ਹੈ। ਜਦੋਂ ਇਹ ਅਹਿਮਦਾਬਾਦ ਨਗਰ ਪਹੁੰਚੇ, ਔਰੰਗਜ਼ੇਬ ਨੂੰ ਮਿਲਣ ਦੇ ਵਾਸਤੇ ਜਿਹੜੇ ਪਹਿਰੇਦਾਰ ਸੀ ਜਾ ਕੇ ਉਹਨਾਂ ਅੱਗੇ ਆਖਿਆ ਪਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ ਆਏ ਆ। ਉਹਨਾਂ ਨੇ ਜਾ ਕੇ ਔਰੰਗਜ਼ੇਬ ਹਜ਼ਰਤ ਬਾਦਸ਼ਾਹ ਨੂੰ ਜਾ ਕੇ ਆਖਿਆ, ਹਜ਼ਰਤ ਬਾਦਸ਼ਾਹ ਇਸੇ ਤਰ੍ਹਾਂ ਦੋ ਸਿੱਖ ਨੇ, ਉਹ ਆਪ ਨੂੰ ਮਿਲਣਾ ਚਾਹੁੰਦੇ ਨੇ, ਕੀ ਹੁਕਮ ਹੈ? ਔਰੰਗਜ਼ੇਬ ਕਹਿੰਦਾ ਬੁਲਾਓ ਉਹਨਾਂ ਨੂੰ ਅੰਦਰ ਸਾਧ ਸੰਗਤ ਚ। ਤੁਹਾਡਾ ਇਤਿਹਾਸ ਸ਼ੁਰੂ ਹੋਣ ਲੱਗਾ। ਭਾਵ ਔਰੰਗਜ਼ੇਬ ਦੇ ਹੁਕਮ ਦੇ ਅਨੁਸਾਰ ਇਸ ਪਹਿਰੇਦਾਰ ਨੇ ਜਾ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਜਾ ਕੇ ਅੰਦਰ ਜਾਣ ਦੇ ਵਾਸਤੇ ਆਖਿਆ। ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ, ਆਪ ਪਿਆਰ ਸਤਿਕਾਰ ਦੇ ਨਾਲ ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਇਸ ਲੋਕ ਤੇ ਪਰਲੋਕ ਨੂੰ ਸਫਲ ਕਰਨ ਵਾਲਾ ਆਪ ਇਸ ਨੂੰ ਸਰਵਨ ਕਰੋ। ਸੁਣ ਤਤ ਛਿਨ ਅਵ ਰੰਗ ਬੁਲਵਾਇਓ। ਔਰੰਗਜ਼ੇਬ ਨੇ ਸੁਣਦੇ ਸਾਰੀ ਅੰਦਰ ਸੱਦ ਲਿਆ। ਦਇਆ ਸਿੰਘ ਨਰ ਸੰਗ ਸਦਾਇਓ। ਜਿਹੜਾ ਕਿ ਨਾਲ ਬੁਲਾਉਣ ਵਾਸਤੇ ਆਇਆ ਸੀ ਨਾ, ਵੀ ਚਲੋ ਤੁਹਾਨੂੰ ਹਜ਼ਰਤ ਬਾਦਸ਼ਾਹ ਨੇ ਯਾਦ ਕੀਤਾ ਬੁਲਾਇਆ, ਉਹਦੇ ਨਾਲ ਹੀ ਚੱਲ ਪਏ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ। ਧਰਮ ਸਿੰਘ ਸਾਣੇ ਅੰਤਰ ਗਏ। ਨਾਲ ਹੀ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਅੰਦਰ ਚਲੇ ਗਏ। ਸਿਰ ਨਵਾਏ ਬੋ ਤੁਰਕ ਨਾ ਕਹੇ। ਭਾਈ ਸੰਤੋਖ ਸਿੰਘ ਲਿਖਦੇ ਨੇ ਇਹਨਾਂ ਨੇ ਜਿਸ ਤਰ੍ਹਾਂ ਕਿ ਬੜੇ ਬੜੇ ਵਜ਼ੀਰ ਮੰਤਰੀ ਪ੍ਰਜਾ ਵਾਸੀ ਜਾਂਦੇ ਸੀ ਤੇ ਉਹ ਔਰੰਗਜ਼ੇਬ ਨੂੰ ਜਾ ਕੇ ਸਤਕਾਰ ਸਲਾਮਾਂ ਅਲੈਕੁਮ ਆਖਦੇ ਸੀ। ਇਸ ਤਰ੍ਹਾਂ ਜਾ ਕੇ ਇਹਨਾਂ ਨੇ ਸਿਰ ਨਾ ਝੁਕਾਇਆ। ਕਰਿਓ ਹੁਕਮ ਨਾਮਾ ਸੋ ਅਗਾਰੀ। ਉਹ ਜਿਹੜਾ ਕਿ ਦਸਮੇਸ਼ ਪਾਤਸ਼ਾਹ ਦਾ ਹੁਕਮਨਾਮਾ ਸੀ, ਜਿਸ ਨੂੰ ਆਪਾਂ ਜਫਰਨਾਮਾ ਕਹਿੰਦੇ ਹਾਂ, ਜਿਸ ਨੂੰ ਫਤਿਹ ਦੀ ਚਿੱਠੀ ਕਹਿੰਦੇ ਹਾਂ, ਉਹ ਭਾਈ ਦਇਆ ਸਿੰਘ ਨੇ ਅੱਗੇ ਕੀਤਾ। ਧਰ ਕੇ ਛਾਓ ਸਮੀਪ ਚਾਰੀ। ਔਰੰਗਜ਼ੇਬ ਦੇ ਆਸਨ ਤੇ ਰੱਖ ਕੇ ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਵਾਹਿਗੁਰੂ ਗੁਰ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਦਇਆ ਸਿੰਘ ਨੇ ਕਹਿ ਦਿੱਤੀ। ਕਹੀ ਹੁਕਮਨਾਮੇ ਦਿਸ਼ ਚਿਤੇ। ਉਸ ਹੁਕਮਨਾਮੇ ਦੇ ਵੱਲ ਇਸ਼ਾਰਾ ਕੀਤਾ। ਪਰਵਾਨੇ ਕੋ ਕਰ ਅਗਵਾਈ। ਹੁਣ ਸਾਧ ਸੰਗਤ ਜੀ ਹੋਵੇ ਇਸਲਾਮ ਦਾ ਦਰਬਾਰ ਤੇ ਜਾ ਕੇ ਗੱਲ ਕਹਿ ਦੇਣੀ, ਇਹ ਕੋਈ ਜੁਰਤ ਰੱਖਦੀ ਹੈ ਨਾ ਫਿਰ ਸਾਧ ਸੰਗਤ ਚ। ਜੇ ਪਿੱਛੇ ਸਤਿਗੁਰ ਦਾ ਹੱਥ ਹੋਵੇ ਨਾ, ਇਹ ਗੱਲ ਤਾਂ ਆਖੀ ਜਾ ਸਕਦੀ ਹੈ ਗੁਰੂ ਦੇ ਪਿਆਰਿਓ, ਆਖੀ ਨਹੀਂ ਜਾਂਦੀ ਸਾਧ ਸੰਗਤ ਚ। ਸੰਨ 88 ਦੇ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਾਸ ਨੂੰ ਦਿੱਲੀ ਬੁਲਾਇਆ ਤੇ ਕਹਿਣ ਲੱਗੇ, ਪੰਡਿਤ ਜੀ ਇਸ ਤਰ੍ਹਾਂ ਹੈ ਭਈ ਰਾਗੀ ਵਿਦਵਾਨ ਕਵੀਸ਼ਰ ਗੁਣੀ ਲੋਕਾਂ ਦਾ ਭੰਡਾਰ ਭਰਿਆ ਪਿਆ ਮੇਰੇ ਕੋਲ ਸਾਧ ਸੰਗਤ 'ਚ, ਪਰ ਮੈਂ ਤੈਨੂੰ ਹਜੂਰ ਸਾਹਿਬ ਭੇਜਣਾ ਹੈ। ਮੈਨੂੰ ਵਿਸ਼ਵਾਸ ਮੈਂ ਜੋ ਮੈਂ ਆਖਾਂਗਾ ਤੂੰ ਕਰਕੇ ਆਵੇਂਗਾ, ਇਸ ਵਾਸਤੇ ਤੂੰ ਹਜੂਰ ਸਾਹਿਬ ਜਾਣਾ ਹੈ। ਸਤ ਬਚਨ ਜੀ, ਇਹ ਤੇ ਆਪ ਦਾ ਅੰਦਰ ਹੱਥ ਹੋਏ ਤਾਂ ਹੀ ਨਾ ਗੱਲ ਹੈ। ਭਾਵ ਮੈਂ ਪਹੁੰਚ ਗਿਆ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ। ਉੱਥੇ ਜਾ ਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਾ ਕੇ ਬੇਨਤੀ ਕੀਤੀ ਵੀ ਮੈਂ ਇਸ ਤਰ੍ਹਾਂ ਆਇਆ ਜੀ।
ਉਹ ਕਹਿਣ ਲੱਗੇ ਭਈ ਤੁਸੀਂ ਇਸ ਤਰ੍ਹਾਂ ਭਈ ਤੁਹਾਨੂੰ ਟਾਈਮ ਨਹੀਂ ਗਾ। ਮੈਂ ਕਿਹਾ ਜੀ ਬਣ ਗਈ ਤੇ ਵੇਖ ਲਓ। ਆਖਿਆ ਤੁਹਾਡਾ ਜਿਹੜਾ ਬਾਣਾ ਹੈ ਬਣ ਗਈ ਹੋਈ ਹੈ, ਵੇਖ ਬਣ ਗਈ ਵਿਖਾਉਂਦਾ ਪਿਆ, ਤੁਸੀਂ ਦੇਹ ਧਾਰੇ ਦਾ ਪ੍ਰਚਾਰ ਕਰਨਾ ਹੈ। ਚਲੋ ਠੀਕ ਹੈ। ਇਹ ਜਿਹੜੇ ਸੰਤ ਜੋਗਿੰਦਰ ਸਿੰਘ ਜੀ ਸਨ ਸਾਧ ਸੰਗਤ 'ਚ, ਇਹਨਾਂ ਦਾ ਡੇਰਾ ਵੱਖਰਾ ਉੱਥੇ ਬਣਿਆ। ਮੈਂ ਉਸ ਡੇਰੇ ਚਲਾ ਗਿਆ, ਬਹੁਤ ਸੰਗਤਾਂ ਇਕੱਠ ਸੀ। ਜਦੋਂ ਸੰਗਤਾਂ ਬੈਠੀਆਂ ਤੇ ਮੈਂ ਜਦੋਂ ਸਮਾਂ ਬਣਿਆ ਨਾ, ਮੈਂ ਉੱਠ ਕੇ ਖਲੋ ਕੇ ਬੇਨਤੀ ਕੀਤੀ, ਮੈਂ ਸੰਤ ਜੀ ਇਸ ਜਗ੍ਹਾ ਦੇ ਸੇਵਾਦਾਰ ਤੁਸੀਂ ਹੀ ਹੋ, ਮਾਲਕ ਤੁਸੀਂ ਹੀ ਹੋ? ਕਹਿੰਦੇ ਜੀ ਹਾਂ ਮੈਂ ਹੀ ਸੇਵਾ ਕਰਨਾ। ਕਿਉਂਕਿ ਉਹ ਜਦੋਂ ਦੇ ਦਸਮੇਸ਼ ਪਾਤਸ਼ਾਹ ਜੀ ਨੇ ਇਹ ਅਲੌਕਿਕ ਲੀਲਾ ਕੀਤੀ ਹੈ, ਉੱਥੇ ਜਿਹੜਾ ਵੀ ਸੇਵਾ ਕਰਦਾ ਉਹ ਬ੍ਰਹਮਚਰਜ ਰੱਖਦਾ, ਭਾਵ ਗ੍ਰਸਤ ਨਹੀਂ ਧਾਰਨ ਕਰਦਾ ਉਹ ਸਾਧ ਸੰਗਤ 'ਚ। ਇਹ ਪਰੰਪਰਾ ਉਦੋਂ ਦੀ ਚੱਲਦੀ ਆਉਂਦੀ ਹੈ ਗੁਰੂ ਦੇ ਪਿਆਰੋ ਉੱਥੇ ਪਈ। ਕਹਿੰਦੇ ਜੀ ਹਾਂ। ਮੈਂ ਕਿਹਾ ਜੀ ਮੇਰੀ ਬੇਨਤੀ ਹੈ, ਇਹ ਗੁਰਦੁਆਰਾ ਸਾਹਿਬ ਹੈ ਕਿ ਬੁੱਚੜਖਾਨਾ ਹੈ? ਸਾਰੇ ਹੈਰਾਨ ਹੋ ਗਏ। ਅਜੇ ਉਦੋਂ ਅਵਸਥਾ ਕੁਛ ਹੋਰ ਸੀ ਤੇ ਹੁਣ ਅਵਸਥਾ ਕੋਈ ਤਬਦੀਲ ਹੋ ਗਈ ਹੈ ਸਾਧ ਸੰਗਤ 'ਚ। ਸਾਰੇ ਮੇਰੇ ਮੂੰਹ ਵੱਲ ਵੇਖਣ ਪਏ। ਜਦੋਂ ਮੈਂ ਆਖਿਆ ਨਾ ਇਹ ਹਜ਼ੂਰ ਸਾਹਿਬ ਹੈ ਕਿ ਬੁੱਚੜਖਾਨਾ ਹੈ, ਜਦੋਂ ਮੈਂ ਇੰਨੀ ਗੱਲ ਆਖੀ ਨਾ, ਕੌਣ ਆਖ ਸਕਦਾ ਸਾਧ ਸੰਗਤ ਜੀ ਬਗੈਰ ਸਤਿਗੁਰੂ ਦੇ ਹੱਥੋਂ? ਗੁਰੂ ਦੇ ਪਿਆਰੋ ਮੈਂ ਗੱਲ ਇਹ ਕਰਨਾ ਪਿਆ ਕਿਉਂਕਿ ਆਪ ਜੀ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਹੋਵੇਗਾ। ਉੱਥੋਂ ਦਾ ਅਸੂਲ ਹੈ ਹੋਲੇ ਮਹੱਲੇ ਨੂੰ, ਦੀਵਾਲੀ ਨੂੰ, ਦੁਸਹਿਰੇ ਨੂੰ ਉੱਥੇ ਬੱਕਰੇ ਨੂੰ ਇਸ਼ਨਾਨ ਕਰਾ ਕੇ ਨਿਸ਼ਾਨ ਸਾਹਿਬ ਥੱਲੇ ਲਿਆ ਕੇ ਉਹਨੂੰ ਝਟਕਾ ਕੇ ਤੇ ਫਿਰ ਉੱਥੇ ਸ਼ਾਸਤਰ ਨੂੰ ਤਿਲਕ ਲਾਉਂਦੇ ਨੇ ਸਾਧ ਸੰਗਤ 'ਚ। ਇਹ ਚੱਲਦੀ ਮਰਿਆਦਾ ਉੱਥੇ ਹੁਣ ਵੀ ਚੱਲਦੀ ਹੈ ਵੀ ਗੁਰੂ ਦੇ ਪਿਆਰੇ। ਜਦੋਂ ਇੰਨੀ ਗੱਲ ਆਖੀ ਤਾਂ ਆਖਣਗੇ ਸੰਜੀ ਜਿੱਥੇ ਤੁਸੀਂ ਬੋਲਦੇ ਹੋ ਮੈਂ ਸਮਝ ਗਿਆ ਸਾਧ ਸੰਗਤ 'ਚ, ਜਿੱਥੇ ਤੁਸੀਂ ਬੋਲਦੇ ਹੋ ਮੈਂ ਸਮਝ ਗਿਆ ਗੁਰੂ ਦੇ ਪਿਆਰਿਓ। ਮੈਂ ਬੇਨਤੀ ਕਰਨਾ ਪਿਆ, ਜਦੋਂ ਭਾਈ ਦਇਆ ਸਿੰਘ ਨੇ ਗੱਲ ਆਖੀ ਨਾ ਸਾਰੇ ਹੈਰਾਨ ਹੋ ਗਏ। ਇਸਲਾਮ ਦੇ ਦਰਬਾਰ ਦੇ ਵਿੱਚ ਜਾ ਕੇ ਫਤਿਹ ਬੁਲਾਉਣੀ, ਭਾਵ ਉਹ ਜਿਹੜਾ ਔਰੰਗਜ਼ੇਬ ਸੀ ਨਾ ਇਸ ਗੱਲ ਨੂੰ ਸੁਣ ਕੇ ਬੜਾ ਅਚਰਜ ਹੋ ਗਿਆ। ਉਹ ਜਿਹੜਾ ਪਰਵਾਨਾ ਰੱਖਿਆ ਨਾ ਉਹਨੂੰ ਫੜਿਆ, ਵੇਖਣ ਲੱਗਾ। ਆਪਣੀ ਸਿੱਖੀ ਰਾਖ ਦਿਖਾਈ। ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜਾ ਕਿ ਆਪਣੀ ਸਿੱਖੀ ਦਾ ਪ੍ਰਣ ਸੀ ਉਸਨੇ ਉਸ ਨੂੰ ਰੱਖ ਲਿਆ। ਸੁਣ ਪਿਖ ਕੇ ਔਰੰਗ ਚੁਗਤਾ। ਜਿਹੜਾ ਔਰੰਗਜ਼ੇਬ ਸੀ ਜਦੋਂ ਉਸਨੇ ਸੁਣਿਆ ਤੇ ਹੁਕਮਨਾਮੇ ਵੱਲੋਂ ਵੇਖਿਆ, ਨਹਿ ਕੁਝ ਬੋਲਿਓ ਮਦ ਕਰ ਮੱਤਾ। ਸੜ ਤੇ ਗਿਆ ਸਾਧ ਸੰਗਤ 'ਚ, ਪਰ ਬੋਲਿਆ ਕੁਛ ਨਾ ਹੰਕਾਰ ਦੇ ਵਿੱਚ ਆ ਕੇ। ਪਰਵਾਨਾ ਕੁਛ ਪੜਿਓ ਪੜਾਇਓ। ਕੁਛ ਉਸ ਪਰਵਾਨਾ ਜਿਵੇਂ ਕਿ ਤੁਸੀਂ ਕਿਸੇ ਦਫ਼ਤਰ 'ਚ ਬੈਠੇ ਹੁੰਦੇ ਹੋ ਤੇ ਕੋਈ ਨਾ ਕੋਈ ਪੱਤਰਕਾਰ ਆ ਜਾਂਦੀ ਹੈ, ਉਹਨੂੰ ਪੜ੍ਹਦੇ ਹੋ, ਫਿਰ ਕਿਸੇ ਹੋਰ ਪਾਸੇ ਧਿਆਨ ਲੱਗ ਜਾਂਦੇ ਹੋ। ਇਸੇ ਤਰ੍ਹਾਂ ਉਹਨੇ ਕੁਛ ਪੱਤਰਕਾਰ ਨੂੰ ਉਸ ਹੁਕਮਨਾਮੇ ਨੂੰ ਪੜ੍ਹਿਆ। ਸਭ ਮਤਲਬ ਸਮਝੋ ਸਮਝਾਇਓ। ਉਹ ਜਿਹੜਾ ਕਿ ਦਸਮੇਸ਼ ਪਾਤਸ਼ਾਹ ਜੀ ਨੇ ਉੱਤਰੋਂ ਸ਼ੁਰੂ ਕੀਤਾ ਸੀ ਨਾ ਉਹਨੂੰ ਕੁਛ ਪੜ੍ਹ ਲਿਆ, ਬਾਕੀ ਆਪਣੇ ਵਜ਼ੀਰਾਂ ਮੰਤਰੀਆਂ ਨੂੰ ਦੇ ਦਿੱਤਾ। ਪੁਨ ਪਾਛੇ ਤੇ ਪਠ ਕਰ ਜਾਣਾ। ਜਦੋਂ ਕੁਛ ਪੜ੍ਹਿਆ ਤੇ ਸਮਝ ਆ ਗਈ ਵੀ ਇਹ ਮੇਰੀ ਪੱਤਰਕਾਰ ਦਾ ਜਵਾਬ ਆਇਆ, ਮੈਨੂੰ ਦਸਮੇਸ਼ ਪਾਤਸ਼ਾਹ ਨੇ ਭੇਜਿਆ ਹੈ। ਦੇ ਦੀਜੇ ਹਮਰੀ ਜੋ ਅਮਾਨਾ। ਇਹਦੇ ਤੇ ਇੱਕ ਉਹਦੇ ਤੇ ਪੱਤਰਕਾਰ ਲਿਖਿਆ ਵੀ ਤੇਰੇ ਪਾਸ ਮੇਰੀ ਅਮਾਨਤ ਹੈ, ਉਹ ਮੇਰੇ ਸਿੱਖ ਮੈਂ ਭੇਜਣਾ ਪਿਆ, ਉਹਨੂੰ ਦੇ ਦੇ। ਗੁਪਤੀ ਪਠਿਓ ਸੁਣਿਓ ਸੋ ਸਾਰਾ। ਭਾਵ ਗੁਪਤੀ ਭੇਜਿਆ ਸੀ ਔਰੰਗਜ਼ੇਬ ਨੂੰ, ਸਾਰਾ ਦ੍ਰਿਸ਼ਟਾਂਤ ਵਿਖਾ ਦਿੱਤਾ ਸੀ ਦਸਮੇਸ਼ ਪਾਤਸ਼ਾਹ ਜੀ ਨੇ। ਸੁਣਿਆ ਵਰੰਗੇ ਪੁਨੇ ਵਿਚਾਰਾ। ਔਰੰਗਜ਼ੇਬ ਇਹ ਸਾਰੀਆਂ ਗੱਲਾਂ ਨੂੰ ਵਿਚਾਰਦਾ ਸੁਣਦਾ ਕਹਿਣ ਲੱਗਾ, ਹੋ ਤੁਮ ਕੌਣ ਕਹਾਂ ਤੇ ਆਏ। ਤਿੰਨ ਸਵਾਲ ਕਰ ਦਿੱਤੇ ਸਾਧ ਸੰਗਤ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਸੀਂ ਕੌਣ ਤੁਹਾਨੂੰ ਭੇਜਣ ਵਾਲਾ ਹੈ, ਕੌਣ ਕਾਜ ਕੋ ਕਿਨੋਂ ਪਠਾਏ। ਤੇ ਤੁਸੀਂ ਕਿਹੜੇ ਕੰਮ ਵਾਸਤੇ ਇੱਥੇ ਆਏ ਹੋ ਮੇਰੇ ਪਾਸ? ਕਿੱਥੇ ਪੰਜਾਬ ਮਦਰ ਦੇਸ਼ ਹੈ, ਕਿੱਥੇ ਪੰਜਾਬ ਹੈ, ਕਿੱਥੇ ਇਹ ਹੈਦਰਾਬਾਦ ਹੈ, ਤੁਸੀਂ ਇੱਥੇ ਕਿੱਥੇ ਆਵੇ ਤੇ ਕਾਹਦੇ ਵਾਸਤੇ ਆਏ ਹੋ? ਦਇਆ ਸਿੰਘ ਤਬ ਕਿਹੋ ਸੁਣਾਈ। ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਹਮ ਗੁਰ ਸਿੱਖ ਗੁਰਦਏ ਪਠਾਈ। ਹਜ਼ਰਤ ਬਾਦਸ਼ਾਹ ਅਸੀਂ ਗੁਰੂ ਦੇ ਸਿੱਖ ਹਾਂ ਤੇ ਸਾਨੂੰ ਗੁਰੂ ਨੇ ਭੇਜਿਆ ਹੈ। ਮਦਰ ਦੇਸ਼ ਤੇ ਚਲੇ ਤੇ ਆਏ। ਪੰਜਾਬ ਦੇਸ਼ ਤੋਂ ਚੱਲ ਕੇ ਆਏ ਹਾਂ।
ਮਿਲਣ ਕਾਜ ਸਤਿਗੁਰ ਫੁਰਮਾਏ। ਤੇ ਤੈਨੂੰ ਮਿਲਣ ਵਾਸਤੇ ਚਾਰੇ ਸਵਾਲਾਂ ਦਾ ਜਵਾਬ ਭਾਈ ਦਇਆ ਸਿੰਘ ਨੇ ਆਪਣੇ ਚਾਰੇ ਉੱਤਰ ਦੇ ਦਿੱਤੇ। ਸੁਣ ਨੋ ਰੰਗੇ ਬਾਕ ਉਚਾਰੇ। ਜਦੋਂ ਔਰੰਗਜ਼ੇਬ ਦੀ ਗੱਲ ਦਾ ਜਵਾਬ ਮਿਲ ਗਿਆ ਤੇ ਔਰੰਗਜ਼ੇਬ ਕਹਿਣ ਲੱਗਾ, ਅਬ ਕਿਸ ਬਾਥਲ ਹੈ ਗੁਰੂ ਤੁਮਾਰੇ। ਉਹਨੇ ਹੋਰ ਸਵਾਲ ਕਰਤਾ ਸਾਧ ਸੰਗਤ ਚ, ਕਹਿੰਦਾ ਤੁਸੀਂ ਆਂਦੇ ਹੋ ਸਾਨੂੰ ਭੇਜਣ ਵਾਲਾ ਗੁਰੂ ਹੈ, ਤੁਹਾਡਾ ਗੁਰੂ ਕਿਹੜੇ ਥਲ ਚ ਰਹਿੰਦਾ ਹੈ, ਕਿਹੜੀ ਧਰਤੀ ਤੇ ਰਹਿੰਦਾ ਹੈ? ਕਿਉਂਕਿ ਇਹ ਸਵਾਲ ਕਿਉਂ ਕੀਤਾ? ਇਹ ਇਸ ਵਾਸਤੇ ਕੀਤਾ ਸੱਜਣੋ, ਜਿਹੜਾ ਅੱਜ ਆਪਾਂ ਗੁਰਸਿੱਖੀ ਦਾ ਆਨੰਦ ਮਾਣਨੇ ਆ ਪਏ, ਆ ਹਿੰਦੁਸਤਾਨ ਦੀ ਆਜ਼ਾਦੀ ਦਾ ਆਨੰਦ ਮਾਣਨੇ ਆ ਪਏ, ਕਦੇ ਸਮਾਂ ਸੀ ਸਿੱਖ ਘੋੜਿਆਂ ਤੇ ਜੰਗਲਾਂ ਦੇ ਵਿੱਚ ਹੀ ਰਹਿਣਾ, ਘੋੜਿਆਂ ਤੇ ਖਾਣਾ, ਘੋੜਿਆਂ ਤੇ ਸੌਣਾ, ਦਿਨ ਕਿਤੇ ਰਾਤ ਕਿਤੇ, ਘੜੀ ਕਿਤੇ ਪਲ ਕਿਤੇ, 2-2 4-4 ਦਿਨ ਨਾ ਮਿਲਣਾ ਤੇ ਨਾ ਹੀ ਖਾਣਾ। ਕਦੇ ਸਮਾਂ ਇਸ ਤਰ੍ਹਾਂ ਹੀ ਸਿੱਖਾਂ ਦੇ ਸਾਧ ਸੰਗਤ ਚ। ਕਿਸ ਸਮੇਂ ਦੀ ਗੱਲ ਕਰਦਾ ਪਿਆ ਔਰੰਗਜ਼ੇਬ? ਜਦੋਂ ਪੰਜਾਬ ਦਾ ਬੱਚਾ ਤੇ ਪਤਾ ਦਸ਼ਮੇਸ਼ ਪਾਤਸ਼ਾਹ ਦਾ ਦੁਸ਼ਮਣ ਬਣ ਚੁੱਕਾ ਸੀ ਸਾਧ ਸੰਗਤ ਚ, ਉਦੋਂ ਦੀ ਗੱਲ ਕਰਦਾ ਪਿਆ ਗੁਰੂ ਦੇ ਪਿਆਰੇ। ਇਸ ਵਾਸਤੇ ਕਹਿੰਦਾ ਪਿਆ ਤੁਹਾਡਾ ਗੁਰੂ ਕਿੱਥੇ ਰਹਿੰਦਾ ਹੈ? ਜਦੋਂ ਕਿ ਔਰੰਗਜ਼ੇਬ ਨੇ ਪਿੰਡ ਗਲੀ ਸ਼ਹਿਰ ਮੁਹੱਲੇ ਵਿੱਚ ਢੰਡੋਰਾ ਦੇ ਦਿੱਤਾ ਸੀ, ਜਿਹੜਾ ਇਸਲਾਮ ਦੇ ਵੈਰੀ ਤੇ ਹਕੂਮਤ ਦੇ ਬਾਗੀ ਨੂੰ ਮੇਰੇ ਦਰਬਾਰ 'ਚ ਹਾਜ਼ਰ ਕਰੇਗਾ ਉਹਨੂੰ ਮੈਂ ਬੜੀ ਪਨਾਹ ਦਿਆਂਗਾ ਆਪਣੇ ਦਰਬਾਰ ਦੇ ਵਿੱਚ। ਔਰੰਗਜ਼ੇਬ ਉਸ ਟਾਈਮ ਦੀ ਗੱਲ ਕਰਦਾ ਪਿਆ ਸਾਧ ਸੰਗਤ 'ਚ। ਐ ਸਿੱਖਾ ਕਿੱਥੇ ਰਹਿੰਦਾ ਤੇਰਾ ਗੁਰੂ ਜਿਹਨੇ ਤੂੰ ਕਹਿਣਾ ਪਿਆ? ਕਹਾਂ ਬੈਠ ਕਰ ਤੂੰ ਪਠਾਇਓ। ਮੈਨੂੰ ਸਮਝਾ ਉਸਨੇ ਕਿੱਥੇ ਬੈਠ ਕੇ ਤੈਨੂੰ ਭੇਜਿਆ ਮੇਰੇ ਪਾਸ? ਤੇ ਠਾਰੇ ਹੋ ਕੇ ਅੰਤ ਸਿਧਾਇਓ। ਇਹ ਵੀ ਦੱਸ ਭਈ ਉਹ ਉੱਥੇ ਹੀ ਹੈ ਕਿ ਉੱਥੋਂ ਕਿਤੇ ਹੋਰ ਚਲਾ ਗਿਆ? ਕਿਉਂਕਿ ਇੱਕ ਥਾਂ ਰਹਿਣਾ ਕਿਤੇ ਖਾਸ ਨੂੰ ਖਲੋਣ ਨਾ ਮਿਲੇ ਕਿਤੇ ਸਾਧ ਸੰਗਤ ਜੀ। ਕਦੋਂ ਦੁਸ਼ਮਣ ਨੇ ਪੈ ਜਾਣਾ, ਕਦੋਂ ਹਮਲਾ ਹੋ ਜਾਣਾ। ਕਦੇ ਇਸ ਹਿੰਦੁਸਤਾਨ ਦੀ ਇੰਨੀ ਤਰਸਯੋਗ ਹਾਲਤ ਬਣ ਚੁੱਕੀ ਸੀ ਪੰਜਾਬ ਦੀ। ਦਇਆ ਸਿੰਘ ਸੁਣ ਉਤਰ ਦੀਨਾ। ਜਦੋਂ ਔਰੰਗਜ਼ੇਬ ਨੇ ਗੱਲ ਆਖੀ ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਰਬ ਸਥਾਨ ਗੁਰੂ ਹਮ ਚੀਨਾ। ਕਹਿੰਦਾ ਔਰੰਗਜ਼ੇਬ ਤੂੰ ਕਹਿੰਦੇ ਇਹ ਗੱਲ ਤੂੰ ਕਿਹੜੀ ਕਰਨਾ ਪਿਆ? ਓਏ ਮੇਰਾ ਗੁਰੂ ਤੇ ਤੇਰੇ ਮੇਰੇ ਵਿਚਕਾਰ ਖਲੋਤਾ ਸਾਧ ਸੰਗਤ ਚ। ਆ ਜੇ ਸਿੱਖੀ ਗੁਰੂ ਦੇ ਪਿਆਰੇ, ਕਿਹੜੀ ਜਗ੍ਹਾ ਜਿੱਥੇ ਸਾਡਾ ਗੁਰੂ ਨਹੀਂਗਾ ਸਾਧ ਸੰਗਤ ਚ? ਕੋਈ ਹੈ ਜਗ੍ਹਾ ਐਸੀ ਗੁਰੂ ਦੇ ਪਿਆਰੇ ਹੋ? ਸਜਣੋ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਾਧ ਸੰਗਤ ਚ। ਬਸ ਸਾਡੀ ਪਰੰਪਰਾ ਇਸ ਤਰ੍ਹਾਂ ਦੀ ਚੱਲਦੀ ਪਈ ਸਾਧ ਸੰਗਤ ਚ। ਸਾਡਾ ਗੁਰੂ ਹਾਜ਼ਰ ਨਾਜ਼ਰ ਹੈ। ਕਹਿੰਦਾ ਔਰੰਗਜ਼ੇਬ ਤੇਰਾ ਤੇ ਮੇਰਾ ਗੁਰੂ ਤੇਰੇ ਤੇ ਮੇਰੇ ਵਿਚਕਾਰ ਖਲੋਤਾ ਹੈ। ਇਹਦੇ ਬੜੇ ਪ੍ਰਮਾਣ ਨੇ ਸਾਧ ਸੰਗਤ ਚ। ਭਾਵ ਸਿੱਖੀ ਦਾ ਸਿਧਾਂਤ ਹੈ। ਦਾਸ ਬੇਨਤੀ ਕਰ ਆਇਆ ਤੁਹਾਡੇ ਚਰਨਾਂ ਦੇ ਵਿੱਚ, ਹੋ ਸਕਦਾ ਆਪ ਇਹਨੂੰ ਖਿਆਲ ਹੋਵੇ ਜਾਂ ਨਾ ਯਾਦ ਚ ਹੋਵੇ। ਸੱਜਣੋ ਸੰਸਾਰ ਦੇ ਵਿੱਚ ਪਾਪ ਦੀ ਬਿਮਾਰੀ ਹੈ। ਉਹ ਜਿਹੜਾ ਪਾਪ ਤੋਂ ਬਚਣ ਦੇ ਵਾਸਤੇ ਸਤ ਸੰਗਤ ਨੇ ਨਹੀਂ ਬਚਾ ਸਕਣਾ ਪਾਪ ਤੋਂ ਸਾਧ ਸੰਗਤ ਚ। ਨਾਮ ਨੇ ਨਹੀਂ ਬਚਾ ਸਕਣਾ, ਗੁਰਬਾਣੀ ਨੇ ਨਹੀਂ ਬਚਾ ਸਕਣਾ, ਕਥਾ ਕੀਰਤਨ ਨੇ ਨਹੀਂ ਬਚਾ ਸਕਣਾ। ਹੁਣ ਫਿਰ ਕਿਵੇਂ ਪਾਪ ਤੋਂ ਬਚੇ ਸਾਧ ਸੰਗਤ ਚ? ਪਾਪ ਤੋਂ ਬਚਣ ਦਾ ਇੱਕੋ ਇੱਕ ਢੰਗ ਹੈ ਜਿਹੜਾ ਅਕਾਲ ਪੁਰਖ ਹੈ ਨਾ ਮੇਰਾ ਮੈਨੂੰ ਵੇਖਦਾ ਪਿਆ ਸਾਧ ਸੰਗਤ ਚ, ਤਾਂ ਬਚ ਸਕਾਂਗੇ ਪਾਪ ਤੋਂ ਗੁਰੂ ਦੇ ਪਿਆਰਿਓ। ਭਾਵੇਂ ਮਨੁੱਖ ਅੰਦਰ ਵੜ ਕੇ ਪਾਪ ਕਰ ਲੈ, ਦਰਵਾਜ਼ੇ ਡੋਰ ਬੰਦ ਕਰਕੇ ਪਾਪ ਕਰ ਲੈ, ਭਾਵੇਂ ਧਰਤੀ 'ਚ ਟੋਆ ਪੁੱਟ ਕੇ ਪਾਪ ਕਰ ਲੈ, ਜਿਹਨੂੰ ਆਪਾਂ ਸਰਬ ਵਿਆਪਕ ਕਹਿੰਦੇ ਆ, ਜਿਹਨੂੰ ਆਪਾਂ ਸਰਬ ਸ਼ਕਤੀਮਾਨ ਕਹਿੰਦੇ ਆ, ਜਿਹਨੂੰ ਆਪਾਂ ਅੰਤਰਜਾਮੀ ਕਹਿੰਦੇ ਆ, ਉਹ ਮੈਨੂੰ ਵੇਖਦਾ ਪਿਆ ਸਾਧ ਸੰਗਤ ਚ, ਤਾਂ ਪਾਪ ਤੋਂ ਬਚ ਸਕਾਂਗੇ ਗੁਰੂ ਦੇ ਪਿਆਰਿਓ। ਜੇ ਇੱਧਰ ਉੱਧਰ ਵੇਖਿਆ ਭਈ ਦੁਨੀਆ ਦੇ ਲੋਕ ਨਹੀਂ ਮੈਨੂੰ ਵੇਖਦੇ ਪਏ ਤੇ ਮੈਨੂੰ ਕੋਈ ਵੀ ਨਹੀਂ ਵੇਖਦਾ ਪਿਆ ਸਾਧ ਸੰਗਤ ਜੀ, ਆਪਾਂ ਮਾਰੇ ਗਏ ਗੁਰੂ ਦੇ ਪਿਆਰਿਓ। ਛਲਕ ਤੇ ਆਪਾਂ ਸਾਧ ਸੰਗਤ ਚ ਪਾਪ ਤੋਂ ਬਚ ਨਹੀਂ ਸਕਾਂਗੇ ਗੁਰੂ ਦੇ ਪਿਆਰਿਓ। ਕਦੋਂ ਪਾਪ ਤੋਂ ਬਚਾਂਗੇ? ਜਦੋਂ ਮੇਰਾ ਗੁਰੂ ਹੈ ਨਾ ਉਹ ਮੇਰੇ ਅੰਗ ਸੰਗ ਹੈ ਸਾਧ ਸੰਗਤ ਚ। ਤੇ ਗੁਰੂ ਕਿਵੇਂ ਅੰਗ ਸੰਗ ਰਹਿੰਦਾ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿੱਥੇ ਪਾਈ ਰਾਏ ਸੁਣ ਜਾ ਕੇ ਬਚਾਇਆ ਜੰਗਲ ਸਾਧ ਸੰਗਤ ਚ। ਭਾਵ ਜਿਸ ਤਰ੍ਹਾਂ ਰਬੜ ਸੁੰਗੜਦਾ ਨਾ, ਸਤਿਗੁਰੂ ਰਾਮ ਸਿੰਘ ਧਰਤੀ ਨੂੰ ਸੁੰਗੜ ਦਿੱਤਾ ਸਾਧ ਸੰਗਤ ਚ। ਇੱਕ ਪਾਸੇ ਸ਼ੇਰ ਖਲੋਤਾ ਹੈ, ਇੱਕ ਪਾਸੇ ਭਾਈ ਰਾਏ ਸਿੰਘ ਅਰਦਾਸ ਪਿਆ ਕਰਦਾ ਸਾਧ ਸੰਗਤ ਚ। ਸੱਚੇ ਪਾਤਸ਼ਾਹ ਇਸ ਸ਼ੇਰ ਨੇ ਮੇਰੇ ਸਾਥੀ ਨੂੰ ਖਾ ਲਿਆ ਤੇ ਮੇਰੀ ਹੁਣ ਵਾਰੀ ਆਉਣ ਵਾਲੀ ਹੈ, ਤੇ ਤੂੰ ਆਖਿਆ ਸੀ ਮੈਂ ਅੰਗ ਸੰਗ ਹਾਂ, ਤੇ ਹੁਣ ਆਪਣੇ ਬੱਚੇ ਨੂੰ ਪੂਰਾ ਕਰ। ਉਸੇ ਟਾਈਮ ਤੇ ਆਪਣੀ ਚੀਨੀ ਘੋੜੇ ਤੇ ਸਵਾਰੀ ਕੀਤੀ, ਸ਼ੇਰ ਤੇ ਭਾਈ ਰਾਏ ਸਿੰਘ ਵਿਚਕਾਰ ਦਾ ਘੋੜੀ ਖਿਲਾਰ ਦਿੱਤੀ ਸਾਧ ਸੰਗਤ ਚ। ਭਾਈ ਰਾਏ ਸਿੰਘ ਤੈਨੂੰ ਕੀ ਘਬਰਾਉਣ ਦੀ ਡਰ, ਕਿਸੇ ਗੱਲ ਦਾ ਡਰ ਹੈ ਸਾਧ ਸੰਗਤ? ਸਤਿਗੁਰੂ ਇਹ ਕਰਦਾ ਗੁਰੂ ਦੇ ਪਿਆਰੇ। ਕਿਉਂ? ਜੇਕਰ ਗੁਰੂ ਨਾ ਸੁਣੇ ਤਾਂ ਸੁਣੇ ਕਿਹੜਾ?
ਸਿੱਖਾ ਗੁਰੂ ਤੇ ਸਦਾ ਤਰਵਾਸ ਹੈ ਜੀ, ਸਾਰੇ ਛੱਡ ਕੇ ਗੁਰੂ ਤੇ ਆਸ ਜਿਸ ਦੀ, ਗੁਰੂ ਸਦਾ ਉਹਦੇ ਆਸ-ਪਾਸ ਹੈ ਜੀ। ਸਿੱਖ ਵਾਂਗ ਸੁਮੇਰ ਨਾ ਡੋਲਦਾ ਏ, ਪੂਰਾ ਗੁਰੂ ਤੇ ਜਿਹਦਾ ਵਿਸ਼ਵਾਸ ਹੈ ਜੀ। ਜਿਹੜਾ ਜਪੇ ਨਾ ਗੁਰੂ ਦੇ ਨਾਮ ਤਾਈਂ, ਉਸ ਮਨੁੱਖ ਦੀ ਸਖਣੀ ਲਾਸ਼ ਹੈ ਜੀ। ਜਿਵੇਂ ਪੌਣ ਹਰ ਜਗ੍ਹਾ ਪ੍ਰਵੇਸ਼ ਕੀਤਾ, ਸਰਬ ਠੌਰ ਮੇਂ ਗੁਰੂ ਕਾ ਵਾਸ ਹੈ ਜੀ। ਘਟ ਘਟ ਵਿੱਚ ਹੈ ਗੁਰੂ ਦੀ ਜੋਤ ਜਾਗੀ, ਸਾਰੇ ਵਿੱਚ ਬ੍ਰਹਮੰਡ ਪ੍ਰਕਾਸ਼ ਹੈ ਜੀ। ਪਰਲੋ ਵਿੱਚ ਸੰਸਾਰ ਸਭ ਨਸ਼ਟ ਹੋਵੇ, ਨਹੀਂ ਹੋਵਦਾ ਗੁਰੂ ਦਾ ਨਾਸ ਹੈ ਜੀ। ਸਾਰੇ ਜਪੋ ਗੁਰੂ, ਗੁਰੂ ਤੈ ਜਾਵੇ ਮੂਲ, ਨਾ ਸਖਣਾ ਸਵਾਸ ਹੈ ਜੀ। ਸਾਧ ਸੰਗਤ ਜੀ, ਸਤਿਗੁਰੂ ਚੀਜ਼ ਹੈ ਗੁਰੂ ਦੇ ਪਿਆਰਿਓ। ਇਤਿਹਾਸ ਬੜੇ ਭਰੇ ਪਏ ਨੇ ਸਾਧ ਸੰਗਤ ਜੀ। ਭਾਈ ਜੋਗਾ ਸਿੰਘ ਗੁਰੂ ਦਸਮੇਸ਼ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ, ਆ ਕੇ ਮੱਥਾ ਟੇਕਿਆ। ਕਹਿੰਦੇ ਕੀ ਨਾਂ ਹੈ ਤੇਰਾ? ਕਹਿੰਦਾ ਜੀ ਮੇਰਾ ਨਾਂ ਜੋਗਾ। ਇਹ ਕਿਹਦੇ ਜੋਗਾ? ਹੈ ਜੀ ਗੁਰੂ ਜੋਗਾ। ਦਸਮੇਸ਼ ਪਾਤਸ਼ਾਹ ਕਹਿੰਦੇ ਪ੍ਰਸੰਨ, ਕਹਿੰਦੇ ਚੰਗਾ ਜੇ ਤੂੰ ਗੁਰੂ ਜੋਗਾ, ਗੁਰੂ ਤੇਰੇ ਜੋਗੇ। ਫਿਰ ਸਾਧ ਸੰਗਤ ਚ ਕਿੰਨਾ ਸਵਾਦ ਆਇਆ ਗੱਲ ਦਾ। ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਰਦੇ 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 ਜੋਬਨ ਅਵਸਥਾ ਆ ਗਈ। ਮਾਤਾ ਪਿਤਾ ਨੂੰ ਬੜਾ ਫਿਕਰ ਹੁੰਦਾ ਸਾਧ ਸੰਗਤ ਚ। ਮਾਤਾ ਪਿਤਾ ਪਹੁੰਚ ਗਏ ਅਨੰਦਪੁਰ ਸਾਹਿਬ। ਦਸਮੇਸ਼ ਪਾਤਸ਼ਾਹ ਚਰਨ ਚ ਪ੍ਰਾਰਥਨਾ, ਸੱਚੇ ਪਾਤਸ਼ਾਹ ਪੁੱਤਰ ਜਵਾਨ ਹੋ ਗਿਆ, ਦਾ ਸੰਸਾਰਿਕ ਸੰਬੰਧ ਕਰਨਾ ਹੈ, ਕਿਰਪਾ ਕਰੋ। ਅਸਾਂ ਦਿਨ ਤਾਰੀਖ ਰੱਖ ਦਿੱਤੀ ਹੈ। ਕਹਿੰਦੇ ਲੈ ਜਾਓ, ਬੜੀ ਖੁਸ਼ੀ ਨਾਲ ਕਰ ਲੈ ਜਾਓ। ਸਾਧ ਸੰਗਤ ਚ ਆਗਿਆ ਲਈ ਪਿਸ਼ੌਰ ਪਹੁੰਚ ਗਏ ਗੁਰੂ ਦੇ ਪਿਆਰੇ। ਉਹ ਦਿਨ ਤਾਰੀਖ ਵਾਰ ਸਮਾਂ ਪੁੱਛ ਲਿਆ। ਦਸਮੇਸ਼ ਪਾਤਸ਼ਾਹ ਨੇ ਉਸੇ ਦਿਨ ਤੇ ਇੱਕ ਪੱਤਰਕਾ ਲਿਖ ਕੇ ਭੇਜ ਦਿੱਤੀ, ਜਿਵੇਂ ਆ ਦਸਮੇਸ਼ ਪਾਤਸ਼ਾਹ ਇੱਥੇ ਪੱਤਰਕਾ ਭੇਜੀ ਸਾਧ ਸੰਗਤ ਚ। ਉਹ ਪੱਤਰਕਾ ਦਸਮੇਸ਼ ਪਾਤਸ਼ਾਹ ਕਹਿੰਦੇ ਨੇ, ਖਾਲਸਾ ਜੀ ਜਦੋਂ ਸਿੱਖ 2 ਲਾਵਾਂ ਲੈ ਲੇਗਾ ਨਾ, ਉਦੋਂ ਸਾਡੀ ਪੱਤਰਕਾ ਉਹਨੂੰ ਫੜਾ ਦਿਓ ਜੇ। ਉਹਨੂੰ ਉਦੋਂ ਦਿਓ ਜੇ ਜਦੋਂ 2 ਲਾਵਾਂ ਨਾ ਆਨੰਦ ਕਾਰਜਾਂ ਲੈ ਲਏਗਾ, ਪਹਿਲਾਂ ਨਾ ਦੇਈ। ਕਹਿੰਦਾ 7 ਬਚਨ। ਆਨੰਦ ਕਾਰਜ ਹੋਣਾ ਸ਼ੁਰੂ ਹੋ ਗਿਆ। ਭਾਵ ਇਹ ਜਿਹੜਾ ਆਨੰਦ ਕਾਰਜ ਦੀ ਮਰਿਆਦਾ ਸੀ, ਆਪਾਂ ਇਹਦੇ ਤੇ ਵਿਚਾਰ ਕਰਾਂਗੇ। ਉਦੋਂ ਵੇਦਾਂ ਦੀਆਂ ਲਾਵਾਂ ਪੜ੍ਹਿਆ ਕਰਦੇ ਸੀ ਸਾਧ ਸੰਗਤ 'ਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਜਿਹੜਾ ਨਾ, ਉਹ ਵੇਦਾਂ ਦੀਆਂ ਲਾਵਾਂ ਹੀ ਪੜ੍ਹ ਕੇ ਕੀਤਾ ਗਿਆ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਨੰਦ ਕਾਰਜ ਜਿਹੜਾ ਸੀ ਨਾ, ਉਹ ਵੀ ਵੇਦਾਂ ਦੀਆਂ ਲਾਵਾਂ ਪੜ੍ਹ ਕੇ ਕੀਤਾ ਗਿਆ ਹੈ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ। ਮੈਂ ਅੱਗੇ ਜਾ ਕੇ ਇਸ ਗੱਲ ਨੂੰ ਸਿੱਧ ਕਰਾਂਗਾ। ਦਾਸ ਪ੍ਰਾਰਥਨਾ ਕਰਦਾ ਪਿਆ, ਜਦੋਂ 2 ਲਾਵਾਂ ਪੜ੍ਹੀਆਂ ਗਈਆਂ ਤੇ ਸਿੱਖ ਉੱਠ ਕੇ ਨਾ ਸੰਗਤ ਦੇ ਵਿੱਚੋਂ ਉਹ ਹੁਕਮਨਾਮਾ ਅੱਗੇ ਕਰ ਦਿੱਤਾ। ਭਾਈ ਰਾਏ ਸਿੰਘ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਭਾਈ ਜੋਗਾ ਸਿੰਘ ਨੇ ਪੜ੍ਹਨਾ ਸ਼ੁਰੂ ਕਰਤਾ। ਜੋਗਾ ਸਿੰਘ ਬਹੁਤ ਜ਼ਰੂਰੀ ਹੈ। ਜੇ ਖਲੋਤਾ ਤਾਂ ਖਲੋਤਾ ਹੀ ਤੁਰ ਪਓ, ਜੇ ਬੈਠਾ ਤੇ ਬੈਠਾ ਹੀ ਤੁਰ ਪਓ, ਜੇ ਖਾਂਦਾ ਤੇ ਖਾਂਦਾ ਹੀ ਤੁਰ ਪਓ, ਜੇ ਆਰਾਮ ਕਰਨਾ ਤੇ ਆਰਾਮ ਕਰਨਾ ਛੱਡਦਾ ਹੀ, ਆਰਾਮ ਕਰਦਾ ਹੀ ਛੱਡਦਾ ਹੀ ਤੁਰ ਪਓ। ਭਾਵ ਛੇਤੀ ਆ ਜਾ ਅਨੰਦਪੁਰ ਸਾਹਿਬ। ਹੁਣ ਗੁਰੂ ਦਾ ਹੁਕਮ ਹੈ ਸਾਧ ਸੰਗਤ 'ਚ। ਆਪਣੇ ਤਾਂ ਝਾਤੀ ਮਾਰਿਓ ਜੇ ਆਪਾਂ ਵੀ ਕੀ ਕਰਿਆ, ਆਪਾਂ ਵੀ ਸਿੱਖ ਹੋਣੇ ਨਾ। ਫਿਰ ਸਾਧ ਸੰਗਤ 'ਚ ਆਪਾਂ ਵੀ ਸਿੱਖ ਹੋਣਾ। ਕਹਿੰਦਾ ਬਸ ਪਰਿਵਾਰ ਰਿਸ਼ਤੇਦਾਰ ਕਹਿੰਦੇ ਨੇ, ਜੋਗਾ ਸਿਆ ਓਏ 2 ਮਿੰਟ ਦਾ ਕੰਮ ਹੈ, ਜਿੱਥੇ ਮਰਜ਼ੀ ਤੁਰ ਜਾਈ। ਕਹਿੰਦਾ ਨਾ, ਹੁਕਮ ਨਾਲ ਇੱਥੇ ਆ ਗਿਆ ਵੀ ਹੁਣੇ ਤੁਰ ਪਓ, ਬਸ ਜਿੱਥੇ ਉਸੇ ਕਦਮ ਤੇ ਅਨੰਦਪੁਰ ਨੂੰ ਚੱਲ ਪਓ। ਆਪਾਂ ਗੱਲ ਮੁੱਕਦੀ ਕਰੀਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਨਾ ਸ੍ਰੀ ਭੈਣ ਸਾਹਿਬ ਬੈਠੇ ਨਾ ਹਰਿਮੰਦਰ ਦੇ ਵਿੱਚ, ਕਹਿਣ ਲੱਗੇ ਸਾਧ ਸੰਗਤ ਜੀ, ਨਾਮ ਧਾਰੀ ਅਖਵਾਨ ਦਾ ਉਦੋਂ ਹੱਕਦਾਰ ਹੈ ਜਦੋਂ ਆਖੇ ਮੈਂ ਘਰ ਵਾਸਤੇ ਸੰਸਾਰ ਵਾਸਤੇ ਮਰ ਗਿਆ ਤੇ ਮੇਰੇ ਵਾਸਤੇ ਘਰ ਦੇ ਤੇ ਸੰਸਾਰ ਮਰ ਗਿਆ। ਸਾਧ ਸੰਗਤ ਜੀ, ਇਹ ਸਤਿਗੁਰੂ ਜਗਜੀਤ ਸਿੰਘ ਦੇ ਸ਼ਬਦ ਨੇ। ਸਾਧ ਸੰਗਤ ਜੀ, ਉਦੋਂ ਆਖੇ ਮੈਂ ਨਾਮ ਧਾਰੀਆਂ ਵਾਂ। ਜੇ ਆਖੇ ਨਾ ਵੀ ਮੇਰਾ ਸਾਰਾ ਪਰਿਵਾਰ ਹੈ ਤੇ ਮੈਂ ਸਾਰਾ ਸੰਸਾਰ ਨਾਲ ਮੇਰਾ ਸੰਬੰਧ ਹੈ, ਇਹ ਨਹੀਂ ਬਣ ਸਕਦੀ ਗੱਲ ਗੁਰੂ ਦੇ ਪਿਆਰੇ। ਉਦੋਂ ਬਣੇਗਾ ਜਦੋਂ ਆਖੇ ਮੇਰਾ ਸਭ ਮਰ ਗਏ ਨੇ। ਸਾਧ ਸੰਗਤ ਜੀ ਕਹਿੰਦਾ ਛੱਡਤਾ। ਸਾਧ ਸੰਗਤ ਜੀ, ਇਹ ਸਿਧਾਂਤ ਤੁਰਿਆ ਹੁੰਦਾ ਗੁਰੂਆਂ ਪਿਆਰਿਆਂ ਦੇ ਇਸੇ ਤਰ੍ਹਾਂ। ਸਾਧ ਸੰਗਤ ਜੀ ਚੱਲਦਾ 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 ਤੁਰਦਾ ਤੁਰਦਾ ਹੁਸ਼ਿਆਰਪੁਰ ਪਹੁੰਚ ਗਿਆ। ਜਦੋਂ ਹੁਸ਼ਿਆਰਪੁਰ ਆਇਆ, ਰਾਹ 'ਚ ਲੰਘਦਾ ਪਿਆ, ਇੱਕ ਔਰਤ ਵੇਸ਼ਵਾ ਬੈਠੀ ਸੀ ਸਾਧ ਸੰਗਤ 'ਚ। ਜਦੋਂ ਉਦੋਂ ਵੇਖਿਆ ਤੇ ਮਨ ਚਲਾਏ ਮਨ ਹੋ ਗਿਆ ਗੁਰੂ ਦੇ ਪਿਆਰੇ। ਚੱਲਦਰ ਪੱਤਰ ਪਟਾਕ ਪਟ ਦਾਮਨ ਕੱਛਪ ਮਾਥ, ਪੂਤ ਦੀਪ ਅਗਨੀ ਸਿਖਾਇਓ ਮਨ ਬਿਰਤ ਅਨਾਥ। ਮਣ ਕੇ ਮੱਤੇ ਨਾ ਚੱਲੀਏ, ਮਣ ਕੇ ਮੱਤੇ ਅਨੇਕ, ਤੇ ਮਣ ਕੇ ਮੱਤੇ ਮਰ ਗਏ ਕਾਜੀ ਮੁੱਲਾ ਸੇਖ। ਸਾਧ ਸੰਗਤ 'ਚ ਭਗਵਾਨ ਸ਼੍ਰੀ ਰਾਮਚੰਦਰ ਦਾ ਦਰਬਾਰ ਸਜਿਆ। ਸਾਧ ਸੰਗਤ 'ਚ ਗੁਰੂ ਵਸ਼ਿਸ਼ਟ ਜੀ ਉਪਦੇਸ਼ ਪੇ ਕਰਦੇ ਨੇ ਸੰਗਤਾਂ ਨੂੰ। ਸਾਧ ਸੰਗਤ 'ਚ ਰਾਜੇ ਮਹਾਰਾਜੇ ਬੈਠੇ ਨੇ। ਗੁਰੂ ਵਸ਼ਿਸ਼ਟ ਜੀ ਕਹਿੰਦੇ ਨੇ ਪਏ, ਐ ਭਗਵਾਨ, ਜੇ ਕੋਈ ਮਨੁੱਖ ਆਖੇ ਭਈ ਮੈਂ ਹਿਮਾਲਿਆ ਪਹਾੜ ਨੂੰ ਉਠਾ ਸਕਣਾ, ਤੇ ਸਮਝ ਲਓ ਉਠਾ ਸਕਦਾ ਹੈ। ਉਠਾ ਨਹੀਂ ਕੋ ਸਕਦਾ, ਪਰ ਸਮਝ ਲਓ ਉਠਾ ਸਕਦਾ ਹੈ।
ਐ ਭਗਵਾਨ ਰਾਮ, ਐ ਸਰੋਤਾ ਜਨੋ, ਜੇ ਕੋਈ ਇਹ ਮਨੁੱਖ ਆਖੇ ਮੈਂ ਸਮੁੰਦਰ ਨੂੰ ਪੀ ਸਕਣਾ, ਪੀ ਨਹੀਂ ਸਕਦਾ, ਪਰ ਸਮਝ ਲਓ ਪੀ ਸਕਦਾ। ਸਾਧ ਸੰਗਤ ਪੀ ਸਕਦਾ। ਗੁਰੂ ਦੇ ਪਿਆਰੇ, ਬਹੁਤ ਧਿਆਨਯੋਗ ਗੱਲ ਹੈ ਤੁਹਾਡੇ ਸਾਧ ਸੰਗਤ 'ਚ, ਪੀ ਸਕਦਾ। ਜੇ ਕੋਈ ਮਨੁੱਖ ਇਹ ਆਖੇ ਵੀ ਮੈਂ ਸਾਰੇ ਸੰਸਾਰ ਦੀ ਵਾਯੂ ਮੰਡਲ ਨੂੰ ਆਪਣੀ ਮੁੱਠੀ 'ਚ ਵਸ ਕਰ ਸਕਣਾ, ਕਰ ਨਹੀਂ ਸਕਦਾ, ਸਮਝ ਲਓ ਕਰ ਸਕਦਾ। ਸਾਧ ਸੰਗਤ 'ਚ ਮਹਾਤਮਾ ਵਸ਼ਿਸ਼ਟ ਜੀ ਕਹਿੰਦੇ ਨੇ, ਐ ਸ੍ਰੀ ਭਗਵਾਨ ਜੀ, ਐ ਸਰੋਤਾ ਜਨੋ, ਜੇ ਕੋਈ ਇਹ ਆਖੇ ਮੈਂ ਹਿਮਾਲਿਏ ਪਹਾੜ ਨੂੰ ਉਠਾ ਸਕਣਾ, ਸਮਝ ਲਓ ਉਠਾ ਸਕਦਾ ਹੈ। ਜੇ ਕੋਈ ਆਖੇ ਮੈਂ ਸਮੁੰਦਰ ਨੂੰ ਸਮੁੰਦਰ ਨੂੰ ਪੀ ਸਕਣਾ, ਤੇ ਪੀ ਸਕਦਾ ਹੈ। ਜੇ ਕੋਈ ਆਖੇ ਮੈਂ ਸਾਰੇ ਸੰਸਾਰ ਦੀ ਵਾਯੂ ਮੰਡਲ ਨੂੰ ਆਪਣੇ ਵਸ ਕਰ ਸਕਦਾ, ਪਰ ਜੇ ਕੋਈ ਆਖੇ ਮੈਂ ਆਪਣੇ ਮਨ ਨੂੰ ਵਸ ਕਰ ਲਾਂ, ਤੇ ਨਹੀਂ ਕਰ ਸਕਦਾ ਕੋਈ। ਸਾਧ ਸੰਗਤ 'ਚ ਮਨ ਇੱਕ ਐਸੀ ਅਵਸਥਾ ਗੁਰੂ ਦੇ ਪਿਆਰੇ, ਐਸੀ ਚੀਜ਼ ਹੈ ਸਾਧ ਸੰਗਤ 'ਚ। ਇਸ ਵਾਸਤੇ ਮਨ ਖਰਾਬ ਹੋ ਗਿਆ। ਹੁਣ ਆਪਣੇ ਮਨ ਦੀ ਭਾਵਨਾ ਪੂਰੀ ਕਰਨ ਦੇ ਵਾਸਤੇ, ਹੇ ਕਾਮੰ ਨਰਕ ਵਿਸਰਾਮੰ ਬੋ ਜੋਨੀ ਪ੍ਰਮਾਵਣਾ, ਚਿਤ ਹਰਣੰ ਤ੍ਰੈ ਲੋਕ ਗਮਯੰ, ਜਪ ਤਪ ਸੀਲ ਵਿਧਾਰਨਾ, ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣਾ, ਤਪ ਐਬ ਮੁੰਚਤ ਸਾਧ ਸੰਗ ਮੋਟ ਨਾਨਕ ਨਾਰਾਇਣ। ਗੁਰੂ ਪੰਚਮ ਪਾਤਸ਼ਾਹ ਲਿਖਦੇ ਨੇ, ਹੇ ਕਾਮ ਤੂੰ ਕੈਸਾ ਹੈ, ਨਰਕ 'ਚ ਵਾਸਾ ਪਾਉਣ ਵਾਲਾ ਸਾਧ ਸੰਗਤ 'ਚ, ਬੋ ਜੋਨੀ ਪ੍ਰਮਾਵਣਾ, ਜੂਨਾ 'ਚ ਪਾਉਣ ਵਾਲਾ ਸਾਧ ਸੰਗਤ, 84 ਲੱਖ 'ਚ ਪਾਉਣ ਵਾਲਾ ਗੁਰੂ ਦੇ ਪਿਆਰੇ। ਹੇ ਕਾਮੰ ਨਰਕ ਵਿਸਰਾਮੰ ਬੋ ਜੋਨ ਚਿਤ ਹਰਣੰ। ਜਦੋਂ ਫਿਰ ਕਾਮ ਚੇਸ਼ਟਾ ਹੁੰਦੀ ਹੈ, ਫਿਰ ਕਈ ਪ੍ਰਕਾਰ ਦੇ ਮਨੁੱਖ ਕਲੋਲਾ ਕਰਦਾ ਸਾਧ ਸੰਗਤ 'ਚ। ਚਿਤ ਹਰਣੰ ਤ੍ਰੈ ਲੋਕ ਗਮਯੰ, ਇਹ ਨਾ ਸਮਝੋ ਜੇ ਵੀ ਇਹ ਕਾਮ ਮਾਤ ਲੋਕ ਵਿੱਚ ਹੀ ਆ, ਤਿੰਨਾਂ ਲੋਕਾਂ 'ਚ ਰਮਿਆ ਸਾਧ ਸੰਗਤ 'ਚ। ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਤਿੰਨਾਂ ਲੋਕਾਂ 'ਚ ਰਮਿਆ ਗੁਰੂ ਦੇ ਪਿਆਰਿਓ। ਤ੍ਰੈ ਲੋਕ ਗਮ ਜਪ ਤਪ ਸੀਲ ਵਿਧਾਰਨਾ। ਜਦੋਂ ਇਹ ਕਾਮ ਚੇਸ਼ਟਾ ਮਨੁੱਖ ਦੇ ਅੰਦਰ ਪੈਦਾ ਹੋ ਜਾਂਦੀ ਹੈ, ਇਹ ਕਾਮ ਕਹਿੰਦਾ ਜਦੋਂ ਮੈਂ ਮਨੁੱਖ ਦੇ ਅੰਦਰ ਪੈਦਾ ਹੋ ਜਾਣਾ, ਉਹਦਾ ਜਪ ਵੀ ਤਾਪ ਵੀ ਸਾਰਾ ਨਾਸ਼ ਕਰ ਦੇਣਾ। ਫਿਰ ਸਾਧ ਸੰਗਤ 'ਚ ਏਡੀ ਪ੍ਰਬਲ ਚੀਜ਼ ਹੈ ਗੁਰੂ ਦੇ ਪਿਆਰੇ, ਜਪ ਤਪ। ਫਿਰ ਇਹ ਨਹੀਂ ਵੀ ਅਮੀਰਾਂ ਦੇ ਵਿੱਚ ਹੀ ਹੈ, ਇਹ ਗਰੀਬਾਂ ਦੇ ਵਿੱਚ ਵੀ ਹੈ ਸਾਧ ਸੰਗਤ 'ਚ, ਸਭ ਵਿੱਚ ਗੁਰੂ ਦੇ ਪਿਆਰਿਓ। ਜਪ ਤਪ ਸੀਲ ਵਿਧਾਰਨਾ, ਸਾਰਾ ਨਾਸ਼ ਕਰ ਦੇਣਾ ਸਾਧ ਸੰਗਤ 'ਚ। ਸਾਰਾ ਹੀ ਭੁੱਲ ਗਿਆ, ਉਸ ਪਾਸੇ ਨੂੰ ਗਿਆ। ਮੈਂ ਇੱਥੇ ਪ੍ਰਮਾਣ ਇਸ ਵਾਸਤੇ ਮੈਂ ਦੇਣਾ ਜ਼ਰੂਰੀ ਸਮਝਦਾ ਸਾਂ ਪਿਆ, ਜਿਹੜੇ ਆਪਾਂ ਇਹ ਕਹਿੰਦੇ ਹੋ ਨਾ, ਇਸ ਬਾਣੇ ਦਾ, ਇਸ ਪਹਿਰਾਵੇ ਦੀ ਕੀ ਲੋੜ ਹੈ, ਮਨ ਸੱਚਾ ਚਾਹੀਦਾ ਹੈ। ਬਹੁਤਾ ਪ੍ਰਮਾਣ ਦਿੰਦੇ ਨੇ ਅੱਜ ਕੱਲ੍ਹ ਜਿਹੜੇ ਵਿਦਿਆਵਾਨ ਬੰਦੇ ਨੇ ਨਾ, ਵਿਦਵਾਨ ਤੇ ਪੜ੍ਹੇ ਲਿਖੇ, ਕਹਿੰਦੇ ਨੇ ਇਹ ਬਾਣੇ ਦਾ ਕੀ ਹੈ, ਮਨ ਖਰਾਬ ਹੋ ਗਿਆ। ਪਰ ਦਸਮੇਸ਼ ਪਾਤਸ਼ਾਹ ਅਨੰਦਪੁਰ ਸਾਹਿਬ ਬੈਠੇ ਨੇ, ਇਹ ਵੇਖਿਆ ਵੀ ਮੇਰੇ ਬਾਣੇ ਨੂੰ ਲਾਜ ਲੱਗਣੀ ਹੈ। ਹੁਣ ਸਾਧ ਸੰਗਤ 'ਚ ਮੇਰੇ ਬਾਣੇ ਨੂੰ ਲਾਜ ਲੱਗਣੀ ਹੈ। ਆ ਕੇ ਉਹਦੇ ਵੇਸ਼ਵਾ ਦੇ ਦੁਆਰ ਆ ਕੇ ਪਹਿਰੇਦਾਰ ਬਣ ਕੇ ਖਲੋ ਗਏ ਸਾਧ ਸੰਗਤ 'ਚ। ਕਹਿੰਦਾ ਕਿ ਬੰਦਾ ਖਲੋਤਾ ਹੈ, ਪਿਛਾਂ ਪਰਤ ਗਿਆ। ਫਿਰ ਕੁਝ ਘੰਟੇ ਬਾਅਦ ਆਇਆ, ਅੱਗੇ ਫਿਰ ਬੰਦਾ ਖਲੋਤਾ ਹੈ, ਫਿਰ ਪਿਛਾਂ ਪਰਤ ਗਿਆ। ਉੱਥੇ ਫਿਰ ਡੇਕਿਆ ਕਿ ਜਾਂ ਗਾਂ ਵੀ ਨਹੀਂ ਜਾਇਆ ਜਾਂਦਾ। ਇਹ ਬੜੀ ਬੁਰੀ ਚੀਜ਼ ਹੈ। ਭਗਵਾਨ ਕਿਰਪਾ ਕਰੇ ਸਾਧ ਸੰਗਤ 'ਚ। ਕਹਿੰਦੇ ਨੇ, ਮਾਤ ਕਹਿਤ ਭਗਨੀ ਕਹਿਤ ਪੁੱਤਰੀ ਕਹਿਤ ਹਿਤ ਸਹਿਤ, ਕਾਮ ਨਦੀ ਉਮੜਤ ਜਤੈ ਬਹਿਤ ਬਹਿਤ ਸਭ ਬਹਿਤ। ਸਾਧ ਸੰਗਤ ਜੀ, ਮਹਾਤਮਾ ਭਰਥਰੀ ਜੀ 361 ਰਾਣੀਆਂ ਛੱਡ ਕੇ ਤਾਂ ਫਕੀਰ ਬਣੇ ਸਾਧ ਸੰਗਤ 'ਚ। 361 ਰਾਣੀਆਂ ਗੁਰੂ ਦੇ ਪਿਆਰਿਓ। ਫਕੀਰੀ ਧਾਰਨ ਕੀਤੀ ਤੇ ਭਗਵਾਨ ਦੀ ਪ੍ਰਾਪਤੀ ਕੀਤੀ। ਜਦੋਂ ਭਗਵਾਨ ਦੀ ਪ੍ਰਾਪਤੀ ਕੀਤੀ ਤੇ ਫਿਰ ਇੱਕ ਦੋਹਰਾ ਲਿਖਿਆ ਵੈਰਾਗ ਸ਼ਤ ਗ੍ਰੰਥ 'ਚ ਸਾਧ ਸੰਗਤ 'ਚ। ਕਹਿੰਦਾ ਮਾਤ ਕਹਿਤ, ਇਹ ਮਨੁੱਖ ਸੰਸਾਰ ਦੇ ਵਿੱਚ ਜਦੋਂ ਪ੍ਰੇਮ ਤੇ ਪਿਆਰ ਪੈਦਾ ਹੁੰਦਾ, ਕਹਿੰਦਾ ਤੂੰ ਮੇਰੀ ਮਾਂ ਲੱਗਣੀ ਹੈ। ਸਾਧ ਸੰਗਤ 'ਚ ਮਾਂ ਬਣਾ ਲੈਂਦਾ। ਬੜੇ ਸੰਸਾਰ 'ਚ ਰਿਸ਼ਤੇ ਬਣ ਜਾਂਦੇ ਜੇ। ਜਦੋਂ ਮੋਹ ਤੇ ਪਿਆਰ ਪੈਦਾ ਹੁੰਦਾ, ਕਹਿੰਦਾ ਤੂੰ ਮੇਰੀ ਭੈਣ ਲੱਗਣੀ ਹੈ, ਭੈਣ ਬਣਾ ਲੈਂਦਾ। ਇਹ ਸੰਸਾਰ ਜਦੋਂ ਮੋਹ ਤੇ ਪ੍ਰੇਮ ਪਿਆਰ, ਕਹਿੰਦੇ ਤੂੰ ਮੇਰੀ ਧੀ ਲੱਗਣੀ ਹੈ, ਧੀ ਬਣਾ ਲੈਂਦਾ। ਉਹ ਸਮਾਂ ਬਤੀਤ ਹੁੰਦਾ। ਓਏ ਸੱਜਣੋ, ਜਦੋਂ ਅੰਦਰੋਂ ਕਾਮ ਚੇਸ਼ਟਾ ਪੈਦਾ ਹੋ ਜਾਂਦੀ ਹੈ ਨਾ, ਜਿਹਨੂੰ ਆਪਣੀ ਜ਼ੁਬਾਨ ਨਾਲ ਮਾਂ ਕਹਿੰਦਾ, ਭੈਣ ਕਹਿੰਦਾ, ਧੀ ਕਹਿੰਦਾ ਸੀ, ਵਿੱਚ ਹੀ ਫਿਰ ਬਹਿ ਜਾਂਦਾ ਸਾਧ ਸੰਗਤ 'ਚ। ਕਾਮ ਇੱਕ ਐਸੀ ਚੀਜ਼ ਹੈ ਗੁਰੂ ਦੇ ਪਿਆਰੇ, ਐਸੀ ਚੀਜ਼ ਹੈ ਸਾਧ ਸੰਗਤ 'ਚ। ਤੀਜੀ ਵਾਰ ਪਰਿਆ, ਫਿਰ ਪਿਛਾ ਪਰਤ ਆਇਆ। ਉਧਰੋਂ ਪ੍ਰਭਾਤ ਹੋ ਗਈ ਸਾਧ ਸੰਗਤ 'ਚ, ਅੰਮ੍ਰਿਤ ਵੇਲਾ ਹੋ ਗਿਆ। ਜਦੋਂ ਪ੍ਰਭਾਤ ਹੋ ਗਈ, ਇਸ ਅੰਮ੍ਰਿਤ ਵੇਲੇ ਨੂੰ ਇਸੇ ਵਾਸਤੇ ਮਾਨਤਾ ਦਿੱਤੀ ਹੈ, ਜਿਹੋ ਜਿਹਾ ਤੁਸੀਂ ਵਾਯੂ ਮੰਡਲ ਦੀ ਸੰਗਤ ਕਰੋਗੇ, ਉਸ ਤਰ੍ਹਾਂ ਤੁਹਾਡਾ ਮਨ ਬਣ ਜਾਣਾ ਸਾਧ ਸੰਗਤ 'ਚ। ਤੇ ਬੜਾ ਧਿਆਨ ਦਿਓ, ਤੁਹਾਡੀ ਗੱਲ ਤੇ ਅਭਿਆਸੀ ਪੁਰਸ਼ਾਂ ਵਾਸਤੇ, ਦੂਜਿਆਂ ਵਾਸਤੇ ਕਾਹਦੀ ਗੱਲ ਹੈ ਸਾਧ ਸੰਗਤ 'ਚ।